ਅਸੀਂ ਗੱਲ ਕਰਨ ਜਾ ਰਹੇ ਹਾਂ ਰਾਈਟਿੰਗ ਟਾਸਕ 2 ਦੀ, ਜਿਹਨਾਂ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਕਿ ਰਾਈਟਿੰਗ ਟਾਸਕ ਦੇ ਆਈਡੀਆਜ਼ ਨਹੀਂ ਆਉਂਦੇ, ਜਾਂ ਰਾਈਟਿੰਗ ਟਾਸਕ ਦੇ ਵਿੱਚ ਬੈਂਡਸ ਨਹੀਂ ਆਉਂਦੇ, ਜਾਂ ਰਾਈਟਿੰਗ ਟਾਸਕ ਦਾ ਫਾਰਮੈਟ ਕੀ ਆ, ਸੈਂਟੈਂਸ ਕਿੱਦਾਂ ਦੇ ਬਣਾਉਣੇ ਚਾਹੀਦੇ ਆ, ਪੈਰਾਫ੍ਰੇਜ਼ ਨੂੰ ਰੀਫਰੇਜ਼ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। तो सब तो पहला राइटिंग टास्क 2 ਦੇ ਵਿੱਚ ਹੁੰਦਾ ਕੀ ਹੈ? ਰਾਈਟਿੰਗ ਟਾਸਕ 2 ਇੱਕ ਤਰ੍ਹਾਂ ਦਾ ਐਸੇ ਹੁੰਦਾ ਹੈ ਜਿਹਦੇ ਵਿੱਚ ਅਸੀਂ 250 ਸ਼ਬਦ ਲਿਖਣੇ ਹੁੰਦੇ ਨੇ, 250 ਵਰਡਸ ਲਿਖਣੇ ਹੁੰਦੇ ਨੇ ਮਿਨੀਮਮ। ਇੱਕ ਚੀਜ਼ ਦਾ ਧਿਆਨ ਰੱਖਣਾ ਸੀ, ਇਹਨਾਂ 250 ਵਰਡਸ ਦੇ ਵਿੱਚ ਜਿਹੜੇ ਹੈਲਪਿੰਗ ਵਰਬ ਹੁੰਦੇ ਆ ਉਹ ਕਾਊਂਟ ਨਹੀਂ ਹੁੰਦੇ, ਲਾਈਕ ਇਜ਼, ਐਮ, ਆਰ, ਵਾਸ, वर। ਇਹ ਜਿਹੜੇ ਵਰਡਸ ਹੁੰਦੇ ਆ 250 ਵਰਡਸ ਦੇ ਵਿੱਚ ਕਾਊਂਟ ਨਹੀਂ ਕੀਤੇ ਜਾਂਦੇ। ਉਸ ਤੋਂ ਬਾਅਦ ਆਉਂਦਾ ਕਿ ਸਟਰਕਚਰ ਕੀ ਹੈ, ਐਸੇ ਦਾ ਸਟਰਕਚਰ ਕੀ ਹੈ। ਐਸੇ ਦੇ ਸਟਰਕਚਰ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਐਸੇ ਕਿਹੜੀ ਤਰ੍ਹਾਂ ਦਾ ਆਇਆ, ਐਸੇ ਕਿਸ ਤਰ੍ਹਾਂ ਦਾ ਆਇਆ, ਕਿਸ ਟੌਪਿਕ ਦੇ ਉੱਤੇ ਐਸੇ ਆਇਆ। ਤਾਂ ਦੇਖਣ ਦੇ ਵਿੱਚ ਆਉਂਦਾ ਹੈ ਕਿ ਆਈਲੈਟਸ ਐਗਜ਼ਾਮ ਦੇ ਵਿੱਚ ਜਿਹੜਾ ਐਸੇ ਆ ਉਹ 6 ਤਰ੍ਹਾਂ ਦੀ ਕੈਟਾਗਰੀਜ਼ ਦੇ ਵਿੱਚ ਆਉਂਦਾ। ਸਭ ਤੋਂ ਪਹਿਲਾਂ ਉਹਦੇ ਵਿੱਚ ਕੈਟਾਗਰੀ ਆਉਂਦੀ ਹੈ ਡਿਸਕ੍ਰਿਪਟਿਵ। ਡਿਸਕ੍ਰਿਪਟਿਵ ਐਸੇ ਦਾ ਮਤਲਬ ਹੁੰਦਾ ਜਿਹਦੇ ਵਿੱਚ ਤੁਸੀਂ ਪ੍ਰੋਜ਼ ਅਤੇ ਕੌਨਸ ਲਿਖਣੇ ਹੁੰਦੇ ਨੇ। ਪ੍ਰੋਜ਼ ਦਾ ਮਤਲਬ ਹੁੰਦਾ ਮੈਰਿਟ, ਜਿਸ ਨੂੰ ਅਸੀਂ ਐਡਵਾਂਟੇਜ ਵੀ ਕਹਿ ਦਿੰਦੇ ਆ, ਤੇ ਕੌਨਸ ਦਾ ਮਤਲਬ ਹੁੰਦਾ ਡੀਮੈਰਿਟ, ਜਿਹਨੂੰ ਅਸੀਂ ਡਿਸਐਡਵਾਂਟੇਜ ਵੀ ਕਹਿ ਦਿੰਦੇ ਹਾਂ। दूसरा ऐसे आता डिबेटेबल। डिबेटेबल ऐसे का मतलब होगा आर्गूमेंट्स। आर्गूमेंट्स का मतलब होगा बहस किसी एक टॉपिक के उत्ते। सम पीपल थिंक, अदर पीपल थिंक, ਜਿਹਦੇ ਵਿੱਚ ਸਟੇਟਮੈਂਟ ਤੋਂ ਪੜ੍ਹ ਕੇ ਸਾਫ਼-ਸਾਫ਼ ਪਤਾ ਲੱਗਦਾ ਕਿ ਕੁਝ ਲੋਕੀ ਸੋਚਦੇ ਆ ਟੀਵੀ ਦੇਖਣ ਦੇ ਫਾਇਦੇ ਹੈ, ਕੁਝ ਲੋਕੀ ਸੋਚਦੇ ਟੀਵੀ ਦੇਖਣ ਦੇ ਫਾਇਦੇ ਨਹੀਂ ਹਨ। ਕੁਝ ਲੋਕੀ ਸੋਚਦੇ ਆ ਬਾਹਰ ਸਟੱਡੀ ਕਰਨ ਜਾਣਾ ਚਾਹੀਦਾ, ਕੁਝ ਲੋਕੀ ਸੋਚਦੇ ਆ ਬਾਹਰ ਸਟੱਡੀ ਕਰਨ ਨਹੀਂ ਜਾਣਾ ਚਾਹੀਦਾ। ਇਸ ਐਸੇ ਨੂੰ ਅਸੀਂ ਡਿਬੇਟੇਬਲ ਐਸੇ ਕਹਿੰਦੇ ਆ ਜਾਂ ਕੰਟਰੋਵਰਸ਼ੀਅਲ ਐਸੇ ਕਹਿੰਦੇ ਆ, ਜਿਹਦੇ ਉੱਤੇ ਆਰਗੂਮੈਂਟਸ ਹੁੰਦੇ ਪਏ ਆ ਗਰੁੱਪ ਆਫ ਪੀਪਲ ਦੇ, ਜਿਹਦੇ ਵਿੱਚ ਇੱਕ ਗਰੁੱਪ ਕਹਿੰਦਾ ਕਿ ABC ਠੀਕ ਹੈ, दूसरा ग्रुप कहता है XYZ ठीक है। तीसरा ऐसे आंदा प्रॉब्लमैटिक। कोई भी समस्या लाइक क्राइम रेट बढ़ता जा रहा है, एक बड़ी समस्या इंडिया की, पोल्यूशन रेट बढ़ता जा रहा है, एनवायरमेंटल प्रॉब्लम, ट्रैफिक कंजेशन, ये सारियां प्रॉब्लम्स जो स्टेटमेंट दे विच आंदियां उस ऐसे को ਅਸੀਂ प्रॉब्लमैटिक टास्क कहते हैं। ਇਹਦੇ ਵਿੱਚ ਅਸੀਂ ਕੀ ਲਿਖਣਾ ਹੁੰਦਾ, ਇਹਦੇ ਵਿੱਚ ਜਾਂ ਤਾਂ ਸਾਨੂੰ ਐਸੇ ਦੇ ਵਿੱਚ ਕੋਜ਼ ਔਰ ਇਫੈਕਟ ਲਿਖਣ ਨੂੰ ਕਿਹਾ ਜਾਂਦਾ, ਜਾਂ ਸਾਨੂੰ ਕੋਜ਼ ਸੋਲੂਸ਼ਨ ਲਿਖਣ ਨੂੰ ਕਿਹਾ ਜਾਂਦਾ ਕਿ ਇਸ ਪ੍ਰੋਬਲਮ ਦੇ ਕਾਰਨ ਕੀ ਆ, ਇਸ ਪ੍ਰੋਬਲਮ ਦਾ ਸੋਲੂਸ਼ਨ ਕੀ ਆ, ਜਾਂ ਇਸ ਪ੍ਰੋਬਲਮ ਦੇ ਕਾਰਨ ਕੀ ਆ, ਇਸ ਪ੍ਰੋਬਲਮ ਦਾ ਇਫੈਕਟ ਕੀ ਆ। ਡਿਪੈਂਡ ਕਰਦਾ, ਦੇਖਣਾ ਪਊਗਾ ਕਿ ਐਸੇ ਦੀ ਡਿਮਾਂਡ ਕੀ ਆ, ਐਸੇ ਦੇ ਵਿੱਚ ਪੁੱਛਿਆ ਕੀ ਗਿਆ। ਐਸੇ ਦੇ ਵਿੱਚ ਸਾਨੂੰ ਕਾਰਨ ਇਫੈਕਟ ਪੁੱਛੇਗੇ, ਕੋਜ਼ ਇਫੈਕਟ ਪੁੱਛੇਗੇ, ਜਾਂ ਐਸੇ ਦੇ ਵਿੱਚ ਇਫੈਕਟ ਸੋਲੂਸ਼ਨ ਪੁੱਛਿਆ ਗਿਆ। ਜੋ ਐਸੇ ਦੀ ਡਿਮਾਂਡ ਹੋਊਗੀ ਫਿਰ ਹੀ ਉਹ ਐਸੇ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਕੈਂਡੀਡੇਟ ਦੇ ਦੁਆਰਾ। ਜਿਹੜਾ ਚੌਥਾ ਐਸੇ ਆਂਦਾ ਉਹਦੇ ਵਿੱਚ ਲਿਖਿਆ ਹੁੰਦਾ ਉਹਨਾਂ ਨੇ ਐਗਰੀ ਔਰ ਡਿਸਐਗਰੀ। ਹੁਣ ਇਸ ਸਟੇਟਮੈਂਟ ਦੇ ਵਿੱਚ ਕਾਫੀ ਬੱਚੇ ਕੰਫਿਊਜ਼ ਹੁੰਦੇ ਆ ਕਿ ਐਗਰੀ ਡਿਸਐਗਰੀ ਔਰ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਦੇ ਵਿੱਚ ਕੀ ਫਰਕ ਆ। ਬੱਚਿਆਂ ਨੂੰ ਸਮਝਾਇਆ ਜਾਂਦਾ ਐਗਰੀ ਡਿਸਐਗਰੀ ਔਰ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਊਗਾ ਕਿ ਇਸ ਦੇ ਵਿੱਚ ਸਟੇਟਮੈਂਟ ਕਿੰਨੀਆਂ। ਅਗਰ ਤਾਂ ਇੱਕ ਸਟੇਟਮੈਂਟ ਹੋਈ ਤਾਂ ਫਿਰ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਆ कि कुछ some people think watching TV is good for students। ਕੁਝ ਲੋਕੀ ਸੋਚਦੇ ਆ ਟੀਵੀ ਦੇਖਣ ਦੇ ਫਾਇਦੇ ਹੁੰਦੇ ਆ ਬੱਚਿਆਂ ਦੇ ਲਈ।
ਹੁਣ ਨੀਚੇ ਲਿਖ ਦਿੱਤਾ ਡੂ ਯੂ ਐਗਰੀ ਔਰ ਡਿਸਐਗਰੀ, ਕਿ ਤੁਸੀਂ ਐਗਰੀ ਕਰਦੇ ਜਾਂ ਡਿਸਐਗਰੀ ਕਰਦੇ। ਤੁਸੀਂ ਐਗਰੀ ਵੀ ਕਰ ਸਕਦੇ, ਐਗਰੀ ਕਿਦਾਂ ਕਰ ਸਕਦੇ? ਐਸ ਆਈ ਐਗਰੀ ਵਿਦ ਦਾ ਸਟੇਟਮੈਂਟ that watching TV is good for student because by watching television students can get to know about the society, it is a source of entertainment। ਫਿਰ ਅਗਰ ਅਸੀਂ ਐਗਰੀ ਕੀਤਾ ਤਾਂ ਸਾਰੇ ਪੁਆਇੰਟ ਆਫ ਵਿਊਜ਼ ਅਸੀਂ ਐਗਰੀ ਦੇ ਹੀ ਲਿਖਦੇ ਹਾਂ। ਅਗਰ ਸਾਡੇ ਕੋਲ ਜ਼ਿਆਦਾ ਪੁਆਇੰਟ ਆਫ ਵਿਊਜ਼ ਨਹੀਂ ਹੈਗੇ ਐਗਰੀ ਦੇ ਕਿ ਸਟੂਡੈਂਟਸ ਲਈ ਟੀਵੀ ਦੇਖਣਾ ਫਾਇਦੇਮੰਦ ਆ, ਫਿਰ ਅਸੀਂ ਕੁਝ ਨੈਗੇਟਿਵ ਪੁਆਇੰਟ ਵੀ ਲਿਖ ਸਕਦੇ ਹਾਂ ਟੀਵੀ ਨਾ ਦੇਖਣ ਦੇ, ਤਾਂ ਕਿ ਇਹਨਾਂ ਨੂੰ ਕੀ ਕੀਤਾ ਜਾ ਸਕੇ, ਇਹਨਾਂ ਪੁਆਇੰਟਸ ਨੂੰ ਸਪੋਰਟ ਕੀਤਾ ਜਾ ਸਕੇ ਇੱਕ ਐਵੀਡੈਂਸ ਦੇ ਕੇ। ਅਗਰ ਅਸੀਂ ਟੈਲੀਵਿਜ਼ਨ ਨਹੀਂ ਦੇਖਾਂਗੇ ਤਾਂ ਸਾਡੀ ਲਾਈਫ ਦੇ ਵਿੱਚ ਐਂਟਰਟੇਨਮੈਂਟ ਨਹੀਂ ਹੋਊਗਾ, ਬੱਚਿਆਂ ਨੂੰ ਜਨਰਲ ਅਵੇਅਰਨੈਸ ਨਹੀਂ ਹੋਊਗੀ, ਤਾਂ ਕਿ ਅਸੀਂ ਜੋ ਐਗਰੀ ਦੇ ਪੁਆਇੰਟਸ ਲਿਖੇ ਉਹਨਾਂ ਨੂੰ ਸਪੋਰਟ ਕਰ ਸਕੀਏ। ਉਸ ਤੋਂ ਬਾਅਦ ਅਗਰ ਅਸੀਂ ਇਸੇ ਹੀ ਸਟੇਟਮੈਂਟ ਨਾਲ ਡਿਸਐਗਰੀ ਕਰਦੇ ਹਾਂ ਕਿ ਮੈਂ ਸੋਚਦਾ ਇਨ ਮਾਈ ਇਮੋਸ਼ਨ, ਇਨ ਮਾਈ ਥਿੰਕਿੰਗ, ਇਨ ਮਾਈ ਪਰਸਪੈਕਟਿਵ ਵਾਚਿੰਗ ਟੀਵੀ ਇਜ਼ ਨੋਟ ਗੁੱਡ ਫॉर ਸਟੂਡੈਂਟ, ਇਹ ਸਹੀ ਨਹੀਂ ਹੈ ਬੱਚਿਆਂ ਦੇ ਲਈ, ਇਟ ਡਿਸਟਰੈਕਟ ਦ ਸਟੂਡੈਂਟਸ ਫਰਮ ਦ ਸਟੱਡੀਜ਼, ਇਟ ਹੈਲਪ ਟੂ ਇੱਕ ਤਾਂ ਪੁਆਇੰਟ ਅਸੀਂ ਲਿਖ ਦਿੱਤਾ ਕਿ ਬੱਚਿਆਂ ਨੂੰ ਡਿਸਟਰੈਕਟ ਕਰਦਾ ਸਟੱਡੀ ਤੋਂ। ਦੂਸਰਾ ਪੁਆਇੰਟ ਲਿਖ ਸਕਦੇ when students watch television they are not going to play games outside, ਜਦੋਂ ਬੱਚੇ ਟੀਵੀ ਘਰ ਦੇਖਦੇ ਹੁੰਦੇ ਆ ਤਾਂ ਫਿਰ ਉਹ ਬਾਹਰ ਦੀਆਂ ਗੇਮਾਂ ਦੇਖਣੀਆਂ ਖੇਡਣੀਆਂ ਬੰਦ ਕਰ ਦਿੰਦੇ ਆ, ਮੀਨਸ ਨੈਗੇਟਿਵ ਪੁਆਇੰਟ ਲਿਖਣੇ। ਹੁਣ ਇਸੇ ਦੇ ਵਿੱਚ ਅਸੀਂ ਪਾਰਸ਼ਲੀ ਐਗਰੀ ਵੀ ਤਾਂ ਹੀ ਕਰ ਸਕਦੇ ਆ ਅਗਰ ਇਹਦੇ ਸਟੇਟਮੈਂਟਸ ਦੋ ਦਿੱਤੀਆਂ ਹੋਈਆਂ। ਕਿੰਨੀਆਂ ਸਟੇਟਮੈਂਟਸ ਦਿੱਤੀਆਂ ਹੋਈਆਂ? ਦੋ ਸਟੇਟਮੈਂਟਸ ਦਿੱਤੀਆਂ ਹੋਈਆਂ। ਕੁਝ ਲੋਕੀ ਸੋਚਦੇ ਟੀਵੀ ਦੇ ਫਾਇਦੇ ਆ, ਕੁਝ ਲੋਕੀ ਸੋਚਦੇ ਟੀਵੀ ਦੇ ਨੁਕਸਾਨ ਆ। ਇਸ ਸਟੇਟਮੈਂਟ ਦੇ ਵਿੱਚ ਮੈਂ ਕਰ ਸਕਦਾ ਆਈ ਪਾਰਸ਼ਲੀ ਐਗਰੀ ਵਿਦ ਦਾ ਸਟੇਟਮੈਂਟ, ਕਿ ਮੈਂ ਦੋਨਾਂ ਦੇ ਨਾਲ ਹੀ ਸਹਿਮਤ ਹਾਂ, ਮੈਂ ਦੋਨਾਂ ਦੇ ਨਾਲ ਹੀ ਸਹਿਮਤ ਹਾਂ। ਜਦੋਂ ਮੈਂ ਦੋਨਾਂ ਦੇ ਨਾਲ ਹੀ ਸਹਿਮਤ ਹਾਂ, ਮੈਂ ਪਹਿਲੇ ਪੁਆਇੰਟ 'ਚ ਲਿਖਣਾ ਐਗਰੀ ਦੇ ਫਾਇਦੇ, ਦੂਜੇ ਲਿਖਣਾ ਡਿਸਐਗਰੀ ਦੇ ਪੁਆਇੰਟਸ, ਤਾਂ ਕਿ ਦੋਨਾਂ ਪੁਆਇੰਟਸ ਨੂੰ ਮੈਂ ਜਸਟੀਫਾਈ ਕਰ ਸਕਾਂ। ਇੱਕ ਲਾਸਟ ਐਸੇ ਆਂਦਾ ਕੈਟਾਗਰੀਜ਼ ਦੇ ਵਿੱਚ, ਉਹਨੂੰ ਕਹਿੰਦੇ ਡਿਸਕਸ both views and give your opinion। ਇਸ ਐਸੇ ਦੇ ਵਿੱਚ ਬੱਚੇ ਕੰਫਿਊਜ਼ ਹੁੰਦੇ ਆ। ਕੰਫਿਊਜ਼ ਕੀ ਹੁੰਦੇ ਆ? ਉਹਨਾਂ ਨੇ ਕਿਹਾ ਹੁੰਦਾ ਡਿਸਕਸ both views and give your opinion। ਬੱਚੇ ਆਪਣਾ opinion ਵੀ ਜਾਂ ਤਾਂ ਫਸਟ ਬੋਡੀ ਪੈਰਾਗ੍ਰਾਫ 'ਚ ਲਿਖ ਦਿੰਦੇ ਆ ਜਾਂ ਸੈਕੰਡ ਬੋਡੀ ਪੈਰਾਗ੍ਰਾਫ 'ਚ ਲਿਖ ਦਿੰਦੇ ਆ, ਜਦਕਿ ਇਸ ਸਟਰਕਚਰ ਦੇ ਵਿੱਚ ਕੀ ਕਿਹਾ ਗਿਆ? ਡਿਸਕਸ both views, ਇਟ ਮੀਨਸ ਪਹਿਲਾ ਵਿਊ ਪਹਿਲਾ ਪੈਰਾ। ਕੁਝ ਲੋਕੀ ਸੋਚਦੇ ਟੈਲੀਵਿਜ਼ਨ ਦੇ ਫਾਇਦੇ ਆ, ਉਹ ਪਹਿਲੇ ਪੈਰੇ ਦੇ ਵਿੱਚ ਲਿਖਣੇ ਆ। ਦੂਸਰੇ ਲੋਕੀ ਸੋਚਦੇ ਟੀਵੀ ਦੇ ਨੁਕਸਾਨ ਆ, ਉਹ ਅਸੀਂ ਦੂਸਰੇ ਪੈਰੇ ਦੇ ਵਿੱਚ ਲਿਖਣੇ ਆ। ਤੁਹਾਡਾ ਓਪੀਨੀਅਨ ਤੁਸੀਂ ਅਲੱਗ ਤੋਂ ਇੱਕ ਪੈਰਾਗ੍ਰਾਫ ਬਣਾਉਣਾ, ਆਪਣਾ ਪੈਰਾਗ੍ਰਾਫ ਐਸ ਪਰ ਮਾਈ ਪਰਸਪੈਕਟਿਵ, ਐਸ ਪਰ ਮਾਈ ਪੁਆਇੰਟ ਆਫ ਵਿਊ, ਇਨ ਮਾਈ ਨੋਸ਼ਨ ਆਈ ਅਸਰਟ that watching TV is good but excess of everything is bad, so we should not watch the television in excess। ਟੀਵੀ ਦੇਖਣਾ ਫਾਇਦੇਮੰਦ ਆ, ਇਹਦੇ ਫਾਇਦੇ ਹੁੰਦੇ ਆ, ਬਟ ਅਗਰ ਜ਼ਰੂਰਤ ਤੋਂ ਜ਼ਿਆਦਾ ਦੇਖਾਂਗੇ ਤਾਂ ਉਹਦਾ ਨੁਕਸਾਨ ਵੀ ਹੁੰਦਾ। ਇਹਦੇ ਵਿੱਚ ਅਸੀਂ ਇੱਕ ਪ੍ਰਵਰਬ ਲਗਾ ਦਿੱਤਾ excess of everything is bad। ਇਹਦੇ ਨਾਲ ਇੱਕ ਐਗਜ਼ਾਮੀਨਰ ਨੂੰ ਇਹ ਪਤਾ ਲੱਗੂਗਾ ਕਿ ਸਾਡੇ ਕੋਲ ਇੰਗਲਿਸ਼ ਦੀ ਕਮਾਂਡ ਕਿੰਨੀ ਆ, ਹਾਊ ਫਲੂਐਂਟਲੀ ਵੀ ਯੂਜ਼ ਦਾ ਇੰਗਲਿਸ਼, ਕਿੰਨਾ ਵਧੀਆ ਐਫੀਸ਼ੀਐਂਟਲੀ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਸੋ ਆ 6 ਤਰ੍ਹਾਂ ਦਾ ਐਸੇ ਹੁੰਦਾ। ਇਹ 6 ਤਰ੍ਹਾਂ ਦੇ ਐਸੇ ਦੇ ਵਿੱਚ ਹੀ ਸਟੇਟਮੈਂਟ ਜਿਹੜੀ ਤੁਹਾਨੂੰ ਪੇਪਰ ਦੇ ਵਿੱਚ ਆਊਗੀ, ਸਾਨੂੰ ਸਟੇਟਮੈਂਟ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਕਿ ਐਸੇ ਦੀ ਡਿਮਾਂਡ ਕੀ ਹੈ। ਐਸੇ ਦੀ ਡਿਮਾਂਡ ਕੀ ਹੋ ਸਕਦੀ ਹੈ? ਡਿਸਕ੍ਰਿਪਟਿਵ, ਡਿਸਕਸ ਐਡਵਾਂਟੇजेस ਐਂਡ ਡਿਸਐਡਵਾਂਟੇजेस, ਜਾਂ ਇਸ ਕੈਟਾਗਰੀ ਨੂੰ ਕੀਤਾ ਜਾਂਦਾ ਐਡਵਾਂਟੇजेस ਆਊਟਵੇ ਡਿਸਐਡਵਾਂਟੇजेस, ਕਿ ਜਿਹੜੇ ਫਾਇਦੇ ਆ ਨੁਕਸਾਨ ਦੇ ਨਾਲੋਂ ਜ਼ਿਆਦਾ ਹੈ। debatable same, some people think, other people think, problematic, कारण effect solution, agree disagree भी ਤੁਹਾਨੂੰ ਸਮਝਾ ਦਿੱਤਾ। two statement it means partially agree, and discuss both views and give your opinion। ਇਸ ਐਸੇ ਦੇ ਵਿੱਚ ਸਾਨੂੰ ਜਿਹੜੀ ਮਾਰਕਿੰਗ ਮਿਲਦੀ ਆ, ਚਾਰ ਚੀਜ਼ਾਂ ਦੇ ਵਿੱਚ ਮਿਲਦੀ ਆ। ਇੱਕ ਐਗਜ਼ਾਮੀਨਰ ਸਾਨੂੰ ਚਾਰ ਪੈਰਾਮੀਟਰਸ ਨੂੰ ਦੇਖ ਕੇ ਬੈਂਡਸ ਦਿੰਦਾ,
ਉਹ ਪੈਰਾਮੀਟਰਸ ਕਿਹੜੇ ਨੇ ਮੈਂ ਤੁਹਾਨੂੰ ਹੁਣੇ ਦੱਸਦਾ। सब तो पहला पैरामीटर है टास्क रिस्पॉन्स। टास्क रिस्पॉन्स का मतलब की है कि सानू जो पूछा गया असी वही लिख रहे हैं। इदा ना होवे पूछा मैनू ये गया हो कि क्रेडिट कार्ड के फायदे की है तो नीचे मैं वो प्रॉब्लम्स ही लिखी जाता हूँ। टास्क रिस्पॉन्स कि जो ऐसे पूछा जो पॉइंट्स पूछे गए हैं मैं वही लिख रहे हैं, ऑफ टॉपिक तो नहीं लिख रहे हैं। एग्जामिनर 9 ਦੇ ਵਿੱਚੋਂ टास्क रिस्पॉन्स ਨੂੰ ਅਸੈਸ ਕਰਦਾ। दूसरा आ जाता लैक्सिकल रिसोर्स। ये लैक्सिकल रिसोर्स का मतलब की है? लैक्सिकल रिसोर्स का मतलब है वोकैबुलरी वर्ड्स। वोकैब वर्ड्स वोकैब वर्ड्स की होंगे अनकॉमन वर्ड्स। अनकॉमन वर्ड्स का मतलब जेडे कॉमनली यूज नहीं किए जाते, जेडे कॉमनली यूज नहीं किए जाते उन्होंने कहते असी लैक्सिकल रिसोर्स। लाइक इंडिविजुअल, मासेस, ट्राइब, ये वर्ड्स जेडे है अनकॉमन वर्ड्स है। लाइक इट इज इंपॉर्टेंट, इंपॉर्टेंट दी गल, इट इज प्रोमिनेंट। वी शुड यूज द अनकॉमन वर्ड्स दैट commonly people are not writing in the not writing in the exam। तीसरा पैरामीटर होंदा ग्रामेटिकल रेंज एंड एक्यूरेसी। ग्रामेटिकल रेंज एंड एक्यूरेसी ਨੂੰ ਹਮੇਸ਼ਾ ਹੀ ਬੱਚੇ ਜਿਹੜੇ ਗਲਤ ਲੈ ਕੇ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਸਮਝਾਇਆ ਨਹੀਂ ਜਾਂਦਾ। ग्रामेटिकल रेंज एंड एक्यूरेसी ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਜੋ ਸੈਂਟੈਂਸ ਲਿਖ ਰਹੇ ਆ ਉਹ ਐਕੂਰੇਟ ਲਿਖ ਰਹੇ ਆ, ਪ੍ਰੈਜ਼ੈਂਟ ਦੇ ਵਿੱਚ ਲਿਖ ਰਹੇ ਆ ਜਾਂ ਪਾਸਟ ਦੇ ਵਿੱਚ ਲਿਖ ਰਹੇ ਆ। ਇਟ ਡਸ ਨਾਟ ਮੈਟਰ ਕਿ ਤੁਹਾਡੀ ਗ੍ਰਾਮਰ ਸਹੀ ਹੈ। रेंज का मतलब इतने की है कि हाउ वेल यू आर यूजिंग द कॉम्प्लेक्स, सिंपल एंड अ मिक्सचर ऑफ सेंटेंसेस। रेंज का मतलब है कि तुसी कितना ज्यादा वधिया तरीके नाल सेंटेंस स्ट्रक्चर बना रहे हैं, कितना दे कॉम्प्लेक्स सेंटेंस बना रहे हैं, कितना दे सिंपल सेंटेंसेस बना रहे हैं। एक्यूरेसी का मतलब है कि ਅਸੀਂ जो ग्रामर लिख रहे हैं, जो सेंटेंसेस बना रहे हैं वो बिल्कुल ठीक लिख रहे हैं। बट रेंज का मतलब है वैरायटी की नहीं लिख रहे हैं। रेंज का मतलब की है वैरायटी ऑफ सेंटेंस स्ट्रक्चर किदां दे लिखे हुए हैं। ਇਹਦੇ 9 ਬੈਂਡ ਹੁੰਦੇ ਆ। ਇੱਕ ਐਗਜ਼ਾਮੀਨਰ ਇਹਨੂੰ 9 ਬੈਂਡ ਦੇ ਵਿੱਚੋਂ ਅਸੈਸ ਕਰਦਾ। ਚੌਥਾ ਹੁੰਦਾ ਕੋਹੈਸ਼ਨ ਐਂਡ ਕੋਹੈਰੈਂਸ। कोहेशन एंड कोहेरेंस का मतलब की होंदा अरेंजमेंट ऑफ योर पॉइंट्स। कोहेशन एंड कोहेरेंस का मतलब की होंदा अरेंजमेंट ऑफ योर व्यूज, पॉइंट्स। कितना वधिया तरीके नाल तुसी एक पॉइंट्स नु रिलेट करवाउने हैं, कितना वधिया तरीके नाल तुसी पॉइंट नु रिलेट करवाउने हैं। रिलेशन between sentences, इन्हें ऐसी कहते हैं cohesion and coherence। और organizing your essay, your views। इन्हां 4 पैरामीटर्स ਨੂੰ ਲੈ ਕੇ ਹੀ ਰਾਈਟਿੰਗ ਦੇ ਵਿੱਚੋਂ ਬੈਂਡ ਦਿੱਤੇ ਜਾਂਦੇ ਆ। ईदर और टास्क 1 है और टास्क 2 है। आज ਅਸੀਂ टास्क 2 ਨੂੰ ਜ਼ਿਆਦਾ ਇੰਪੋਰਟੈਂਸ ਦੇ ਕੇ ਸਮਝ ਰਹੇ ਹਾਂ। टास्क 1 ਤੇ ਵੀ ਜਲਦੀ ਵੀਡੀਓ ਬਣਾਵਾਂਗੇ। टास्क 2 ਨੂੰ ਕਿਉਂ ਅਸੀਂ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਕਿਉਂਕਿ ਇਹਦੇ ਬੈਂਡ ਜਿਹੜੇ ਪੇਪਰ ਦੇ ਵਿੱਚ ਮਿਲਦੇ ਆ, ਆਈਲੈਟਸ ਐਗਜ਼ਾਮ ਦੇ ਵਿੱਚ ਬੈਂਡ ਜਿਹੜੇ ਮਿਲਦੇ ਆ ਉਹ 2/3 ਬੈਂਡ ਹੁੰਦੇ ਆ। ਉਹ ਕਿੰਨੇ ਬੈਂਡ ਹੁੰਦੇ ਆ? 2/3 ਬੈਂਡਸ ਹੁੰਦੇ ਆ। टास्क 1 ਦੇ ਵਿੱਚੋਂ ਸਾਨੂੰ ਮਿਲਦੇ ਆ 1/3 ਬੈਂਡ, टास्क 2 ਦੇ ਵਿੱਚੋਂ ਮਿਲਦੇ ਆ 2/3, टास्क 1 ਦੇ ਵਿੱਚੋਂ ਮਿਲਦੇ ਸਾਨੂੰ 1/3 ਬੈਂਡ। ਤਾਂ ਜ਼ਿਆਦਾ ਵੇਟੇਜ ਜਿਹੜੀ टास्क 2 ਦੀ ਆ, ਇਸ ਕਰਕੇ ਬੱਚਿਆਂ ਨੂੰ ਜ਼ਿਆਦਾ ਫੋਕਸ ਇੰਨਾ ਹੀ
ਟੌਪਿਕਸ ਦੇ ਉੱਪਰ ਕਰਨਾ ਚਾਹੀਦਾ, ਰਾਈਟਿੰਗ ਟਾਸਕ 2 ਦੇ ਉੱਪਰ ਕਰਨਾ ਚਾਹੀਦਾ ਕਿ ਮੇਰੇ ਰਾਈਟਿੰਗ ਦੇ ਵਿੱਚ ਓਵਰਆਲ ਬੈਂਡ ਸਕੋਰ ਜ਼ਿਆਦਾ ਤੋਂ ਜ਼ਿਆਦਾ। ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਕਿੱਦਾਂ ਇਹ ਬੈਂਡ ਦੇ ਐਗਜ਼ਾਮੀਨਰ ਦਿੰਦਾ ਹੈ ਕਿੱਦਾਂ ਸਾਡੇ ਟਾਸਕ 2 ਦੇ ਵਿੱਚੋਂ ਬੈਂਡ ਕੈਲਕੂਲੇਟ ਕੀਤੇ ਜਾਂਦੇ ਆ। ਮੰਨ ਕੇ ਚੱਲੋ ਕਿ ਟਾਸਕ ਰਿਸਪੌਂਸ ਦੇ ਵਿੱਚੋਂ ਮੇਰੇ 7 ਬੈਂਡ ਮਿਲੇ, ਟਾਸਕ 2 ਦੇ ਵਿੱਚੋਂ ਲੈਕਸੀਕਲ ਰਿਸੋਰਸ ਦੇ ਵਿੱਚੋਂ ਮੈਨੂੰ 7 ਬੈਂਡ ਮਿਲੇ, ਗ੍ਰਾਮਰ ਦੇ ਵਿੱਚੋਂ ਮੈਨੂੰ 7 ਬੈਂਡ ਮਿਲੇ ਐਂਡ ਕੋਹੈਸ਼ਨ ਐਂਡ ਕੋਹੈਰੈਂਸ ਦੇ ਵਿੱਚੋਂ 7 ਬੈਂਡ ਮਿਲੇ। ਇਹਨਾਂ ਸਾਰਿਆਂ ਦਾ ਟੋਟਲ 7 7 14 7 21 7 28 ਨੂੰ ਡਿਵਾਈਡ ਬਾਈ 4 ਕਰ ਲਓ ਕਿਉਂਕਿ ਅਸੀਂ ਐਵਰੇਜ ਕੱਢਣੀ ਆ 1 2 3 4 ਤਾਂ ਕੀ ਆ ਜਾਂਦਾ 7 ਆ ਜਾਂਦਾ। 7 ਦਾ ਸਾਨੂੰ ਮਿਲਣਾ 2/3 7 multiplied by 2 40 40 divided by 3 3 4 12 4 point ਸਮਥਿੰਗ ਸਾਡੇ ਬੈਂਡ ਜਿਹੜੇ ਕੀ ਆ ਬਣੇ ਆ। ਤਾਂ ਰਾਈਟਿੰਗ ਟਾਸਕ 2 ਦੇ ਵਿੱਚੋਂ ਮੇਰੇ ਬੈਂਡ ਜਿਹੜੇ ਅਸੈਸ ਕੀਤੇ ਜਾਣੇ ਆ ਜਾਂ ਮੇਰੇ ਮਿਲਣੇ ਆ ਉਹ 4 ਬੈਂਡਸ ਮਿਲਣੇ ਆ। ਅਗਰ 4.5 ਹੁੰਦੇ ਤਾਂ ਫਿਰ 4.5 ਹੀ ਮਿਲਣੇ ਆ, ਅਗਰ 4.5 ਤੋਂ ਨੀਚੇ ਆ 2 3 ਆ 4 5 ਆ ਤਾਂ ਫਿਰ ਮੈਨੂੰ ਬੈਂਡ 4 ਹੀ ਮਿਲਣੇ ਆ। ਇਟ ਮੀਨਸ ਮੇਰੇ ਰਾਈਟਿੰਗ ਟਾਸਕ 2 ਦੇ ਵਿੱਚੋਂ 4 ਬੈਂਡਸ ਆਏ ਆ। ਇਸੇ ਤਰ੍ਹਾਂ ਹੀ ਮੇਰਾ ਰਾਈਟਿੰਗ ਟਾਸਕ 1 ਵੀ ਚੈੱਕ ਕੀਤਾ ਜਾਣਾ, ਉਹਦੇ ਵਿੱਚੋਂ ਵੀ ਅਗਰ ਮੈਨੂੰ ਬੈਂਡ ਲੈਣੇ ਪੈਣੇ ਆ 6 ਬੈਂਡ ਚਾਹੀਦੇ ਆ ਤਾਂ ਉਹਦੇ ਵਿੱਚ ਵੀ ਮੈਨੂੰ ਮਿਹਨਤ ਕਰਕੇ 2 ਬੈਂਡ ਲੈਣੇ ਪੈਣਗੇ ਤਾਂ ਹੀ ਮੇਰੇ ਰਾਈਟਿੰਗ ਦੇ ਵਿੱਚੋਂ 6 ਬੈਂਡ ਆਣਗੇ। ਇਹ ਮੈਟਰ ਨਹੀਂ ਕਰਦਾ ਮੇਰੇ 7 ਆਏ ਆ, ਮੈਟਰ ਕਰਦਾ ਤੁਹਾਡਾ 1/3 ਐਂਡ 2/3। ਇਹੀ ਰੀਜ਼ਨ ਆ ਕਿ ਇੰਡੀਅਨ ਸਟੂਡੈਂਟਸ ਦੇ ਇਹੀ ਰੀਜ਼ਨ ਆ ਕਿ ਬੱਚਿਆਂ ਦੇ ਜਿਹੜੇ ਰਾਈਟਿੰਗ ਦੇ ਵਿੱਚੋਂ ਬੈਂਡ 7 ਨਹੀਂ ਆ ਪਾਉਂਦੇ ਆ ਕਿਉਂਕਿ ਬੱਚਿਆਂ ਨੂੰ ਆਪਣੇ ਮਾਰਕਿੰਗ ਦਾ ਨਹੀਂ ਪਤਾ ਕਿ ਮਾਰਕਿੰਗ ਕਿੰਨਾ ਬੇਸਿਸ ਦੇ ਉੱਪਰ ਹੁੰਦੀ ਆ। ਬੱਚੇ ਕੀ ਕਰਦੇ ਆ ਓਵਰਆਲ ਟਾਸਕ ਪੜ੍ਹਦੇ ਆ, ਮੈਂ ਤਾਂ ਬਹੁਤ ਵਧੀਆ ਲਿਖਿਆ ਸੀ ਬਟ ਉਹਦੇ ਵਿੱਚ ਵਧੀਆ ਇਹ ਨਹੀਂ ਸੀਗਾ ਕਿ ਟਾਸਕ ਰਿਸਪੌਂਸ ਕਿੰਨਾ ਵਧੀਆ ਲਿਖਿਆ ਸੀ, ਵੋਕੈਬਲਰੀ ਮੈਂ ਕਿੰਨੀ ਯੂਜ਼ ਕੀਤੀ ਸੀ, ਗ੍ਰਾਮੈਟਿਕਲ ਰੇਂਜ ਮੈਂ ਵਧੀਆ ਲਿਖੀ ਸੀ ਜਾਂ ਨਹੀਂ, ਕਾਪੀ ਬਿਲਕੁਲ ਠੀਕ ਆ ਕਿਉਂਕਿ ਤੁਸੀਂ ਗ੍ਰਾਮਰ ਐਕੂਰੇਟਲੀ ਯੂਜ਼ ਕੀਤੀ ਆ ਬਟ ਉਹਦੀ ਰੇਂਜ ਹੀ ਨਹੀਂ ਹੈਗੀ ਆ ਤਾਂ ਇਟ ਡਸ ਨਾਟ ਮੀਨ ਦੈਟ ਕਿ ਤੁਸੀਂ ਜ਼ਿਆਦਾ ਬੈਂਡ ਲੈ ਸਕਦੇ ਹੋ। ਇਸੇ ਤਰ੍ਹਾਂ ਕੋਹੈਸ਼ਨ ਐਂਡ ਕੋਹੈਰੈਂਸ ਪਹਿਲੇ ਹੀ ਸੋਚ ਲੈਣਾ ਚਾਹੀਦਾ ਕਿਹੜਾ ਪੁਆਇੰਟਸ ਜਾਂ ਕਿਹੜੇ ਅਰੇਂਜਮੈਂਟਸ ਦੇ ਨਾਲ ਮੈਂ ਆਪਣਾ ਐਸੇ ਦਾ ਸਟਰਕਚਰ ਤਿਆਰ ਕਰਨਾ। ਅੱਗੇ ਚੱਲਦੇ ਹਾਂ ਕਿ ਐਸੇ ਨੂੰ ਕੰਪਲੀਟ ਕਰਨ ਦੇ ਲਈ ਆਈਡੀਆਜ਼ ਕਿੱਦਾਂ ਜਨਰੇਟ ਕਰਨੇ ਆ, ਐਸੇ ਨੂੰ ਸਟਰਕਚਰ ਕਿੱਦਾਂ ਕਰਨਾ, ਬੋਡੀ ਪੈਰਾਗ੍ਰਾਫ 1 ਚ ਕੀ ਲਿਖਣਾ, ਬੋਡੀ ਪੈਰਾਗ੍ਰਾਫ 2 ਦੇ ਵਿੱਚ ਕੀ ਲਿਖਣਾ। ਸਭ ਤੋਂ ਪਹਿਲਾਂ ਐਸੇ ਦੇ ਵਿੱਚ ਅਸੀਂ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ। ਇੰਟਰੋਡਕਸ਼ਨ ਕੀ ਹੁੰਦੀ ਹੈ? ਇੰਟਰੋਡਕਸ਼ਨ ਜੋ ਕਿਹਾ ਜਾਂਦਾ, ਜੋ ਬੱਚੇ ਪੜ੍ਹ ਕੇ ਆਉਂਦੇ ਆ ਜਾਂ ਬੱਚੇ ਦੱਸਦੇ ਆ ਕਿ ਮੈਂ ਇੰਟਰੋਡਕਸ਼ਨ ਦਾ ਮਤਲਬ ਮੈਨੂੰ ਇਹੀ ਪਤਾ, ਕੀ ਪਤਾ ਰੀਫਰੇਜ਼ ਕਰਨਾ of statement। रीफ्रेज ऑफ स्टेटमेंट का मतलब भी बच्चों को एग्जैक्टली नहीं पता होता। रीफ्रेज का मतलब होता कि वर्ड्स ਨੂੰ चेंज करना with a synonyms, जिन्हां ਨੂੰ ਅਸੀਂ synonyms ਕਹਿੰਦੇ ਆ। these are synonyms ਅਸੀਂ change करना। for example, some people believe that, ਹੁਣ ਅਸੀਂ ਸਮ ਨੂੰ ਇੱਥੇ ਕਿੱਦਾਂ ਚੇਂਜ ਕਰਾਂਗੇ? ਸਮ ਦਾ ਸਿਨੋਨਿਮ ਕੀ ਬਣੂਗਾ? few, people ਦਾ ਕੀ ਬਣੂਗਾ? individuals, believe ਦਾ ਕੀ ਬਣੂਗਾ? assert, that। ਇਸ ਨੂੰ ਅਸੀਂ ਕਹਿੰਦੇ ਹਾਂ ਰੀਫਰੇਜ਼ ਕਰਨਾ।
ਤਾਂ ਪਹਿਲਾਂ ਅਸੀਂ ਧਿਆਨ ਦੇਣਾ ਕਿ ਵਰਡ ਨੂੰ ਚੇਂਜ ਕਿੱਦਾਂ ਕਰਨਾ। ਫੋਰ ਐਗਜ਼ਾਮਪਲ ਅਸੀਂ ਕਹਿੰਦੇ ਹਾਂ ਸਮ ਪੀਪਲ ਬਲੀਵ that uniform should be compulsory for employees in the organization। ਹੁਣ ਅਸੀਂ ਕੀ ਲਿਖਿਆ, few individuals assert that uniform ਦਾ ਅਗਰ vocab word ਨਹੀਂ ਆਉਂਦਾ, ਇਹਦਾ ਮਤਲਬ ਸਾਨੂੰ ਦੂਸਰੇ ਵਰਡਸ ਦੇ ਵਿੱਚ ਸਿਨੋਨਿਮ ਨਹੀਂ ਆਉਂਦਾ, ਤਾਂ ਅਸੀਂ ਯੂਨੀਫਾਰਮ ਹੀ ਲਿਖ ਦੇਣਾ। ਯੂਨੀਫਾਰਮ should be ਦੀ ਜਗ੍ਹਾ ਤੇ ਆ ਸਕਦਾ ought to, compulsory ਦਾ ਮਤਲਬ ਹੋ ਸਕਦਾ mandatory, for employees लिखा, अगर employees का मतलब पता तो ठीक है, अगर नहीं पता तो as it is ही उतार लेना। employees ਅਸੀਂ लिख सकते हैं mandatory for workers। अगर नहीं सिनोनिम पता, नहीं सिनोनिम पता तो ਅਸੀਂ ਕੀ यूज कर सकते हैं, ਅਸੀਂ employees ही उतार लेना। in the organization, organization का सिनोनिम नहीं पता तो organization ही उतार लेना, या in the firm। ਇਹਨਾਂ ਨੂੰ ਅਸੀਂ ਕਹਿੰਦੇ ਆ ਰੀਫਰੇਜ਼ ਆਫ ਦਾ ਸਟੇਟਮੈਂਟ। ਬਟ ਐਸੇ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਇੱਕ ਕਾਮਨ ਸਿਚੁਏਸ਼ਨ ਕ੍ਰੀਏਟ ਕਰਨੀ ਹੈ। ਤਿੰਨ ਚੀਜ਼ਾਂ ਨੂੰ ਅਸੀਂ ਲੈ ਕੇ ਇੰਟਰੋਡਕਸ਼ਨ ਕੰਪਲੀਟ ਕਰ ਸਕਦੇ ਹਾਂ। ਅਗਰ ਇਫੈਕਟਿਵ ਇੰਟਰੋਡਕਸ਼ਨ ਬਣਾਉਣੀ ਹੈ ਤਾਂ ਤਿੰਨ ਚੀਜ਼ਾਂ ਹਮੇਸ਼ਾ ਦਿਮਾਗ ਦੇ ਵਿੱਚ ਰੱਖਣੀਆਂ। ਪਹਿਲੀ ਚੀਜ਼, ਕ੍ਰੀਏਟ ਕਾਮਨ ਸਿਚੁਏਸ਼ਨ। ਹੁਣ ਅਸੀਂ ਸਟੇਟਮੈਂਟ ਪੜ੍ਹ ਕੇ ਸਿੱਧਾ ਹੀ ਰੀਫਰੇਜ਼ ਜਾਂ ਪੈਰਾਫਰੇਜ਼ ਨਹੀਂ ਕਰਨ ਲੱਗ ਜਾਣਾ। ਅਗਰ ਅਸੀਂ ਸਿੱਧਾ ਹੀ ਪੈਰਾਫਰੇਜ਼ ਕਰਾਂਗੇ ਇਹਦੀ ਕੋਈ ਸੈਂਸ ਨਹੀਂ ਬਣਦੀ। ਪਹਿਲਾਂ ਅਸੀਂ ਕਾਮਨ ਸਿਚੁਏਸ਼ਨ ਕ੍ਰੀਏਟ ਕਰਨੀ ਹੈ। ਕਾਮਨ ਸਿਚੁਏਸ਼ਨ ਕੀ ਕ੍ਰੀਏਟ ਕਰਨੀ ਹੈ, ਆਪਾਂ ਟੌਪਿਕ ਲੈਂਦੇ ਹਾਂ ਕੋਈ ਵੀ ਸਟੇਟਮੈਂਟ ਦਾ। ਸ਼ੇਕਸਪੀਅਰ ਸੈਡ ਮੀਨਸ ਸ਼ੇਕਸਪੀਅਰ ਨੇ ਕਿਹਾ ਕਿ ਜਿਹੜੀ ਇੰਟਰੋਡਕਸ਼ਨ ਹੁੰਦੀ ਨਾ ਇੱਕ ਤਰ੍ਹਾਂ ਦੀ ਕਹਿੰਦਾ ਵਿੰਡੋ ਦੀ ਤਰ੍ਹਾਂ ਹੁੰਦੀ ਹੈ। Shakespeare said introduction is just like a window, ਇੱਕ ਖਿੜਕੀ ਦੀ ਤਰ੍ਹਾਂ ਹੁੰਦੀ ਹੈ through which you can put your views outside, ਜਿਹਦੇ ਜ਼ਰੀਏ ਤੁਸੀਂ ਆਪਣੇ ਵਿਊਜ਼ ਨੀਚੇ ਸਿੱਟ ਸਕਦੇ ਹੋ, ਬੋਡੀ ਪੈਰਾਗ੍ਰਾਫ 'ਚ ਫੋਲੋ ਕਰਵਾ ਸਕਦੇ ਹੋ। ਕ੍ਰੀਏਟ ਐਨੀ ਕਾਮਨ ਸਿਚੁਏਸ਼ਨ, ਅਸੀਂ ਕਾਮਨ ਸਿਚੁਏਸ਼ਨ ਕ੍ਰੀਏਟ ਕਰਦੇ ਹਾਂ। ਕਾਮਨ ਸਿਚੁਏਸ਼ਨ ਕੀ ਹੁੰਦੀ ਹੈ, ਅਸੀਂ ਐਸੇ ਲਿਖਦੇ ਹਾਂ ਕਿ ਟੀਵੀ ਦੇਖਣ ਦੇ ਫਾਇਦੇ ਤੇ ਨੁਕਸਾਨ ਹੁੰਦੇ ਆ। ਸਟੇਟਮੈਂਟ ਨਾਲ ਜਿਸ ਦੇ ਉੱਪਰ ਪਹਿਲਾਂ ਵੀ ਗੱਲ ਕਰ ਚੁੱਕਾ, ਅਸੀਂ ਸਟੇਟਮੈਂਟ ਕਿੱਦਾਂ ਬਣਾਵਾਂਗੇ। ਇਨ ਦਾ ਮਾਡਰਨ ਵਰਲਡ ਸਿੱਧਾ ਹੀ ਸਟਾਰਟ ਕਰ ਦੇਣਾ। ਸਮ ਪੀਪਲ ਥਿੰਕ ਵਾਚਿੰਗ ਟੀਵੀ ਇਜ਼ ਗੁੱਡ, ਅਦਰ ਥਿੰਕ ਇਟ ਇਜ਼ ਨਾਟ ਗੁੱਡ, ਹਾਊਐਵਰ ਆਈ ਬਲੀਵ ABC। ਇਦਾਂ ਹੀ ਸਟਾਰਟ ਕਰਨਾ। ਪਹਿਲਾਂ ਕਾਮਨ ਸਿਚੁਏਸ਼ਨ, undoubtedly television plays a prominent role in the field of entertainment due to the modernization and due to the advancement in science and technology. The ways of entertainment have been changed since from the last couple of decades। पिछले 20 सालों में कहते हैं sources of entertainment changes होते जा रहे हैं। But presently आज दे टाइम के लिए presently in the modern या presently in the mean time आज दे दिन के लिए presently in this day and age, whether it is a blessing or curse, कि ये एक तरह का अभिशाप है या एक तरह का आशीर्वाद है, has sparked a heated debate over the pros and cons। ਇਹਦੇ ਤੇ ਕਹਿੰਦਾ ਬਹਿਸ ਹੋਣੀ ਸ਼ੁਰੂ ਹੋ ਗਈ ਆ। ਬਹਿਸ ਕੀ ਹੋਣੀ ਸ਼ੁਰੂ ਹੋ ਗਈ ਹੈ ਕਿ ਇਹਦੇ ਫਾਇਦੇ ਆ ਜਾਂ ਨੁਕਸਾਨ ਆ। According to some people, watching television is not good for the children। However, others opposed to this notion, दूसरे ਉਹਦੇ opposite ਜਾਂਦੇ ਪਏ and believe that it has a umpteen benefits। umpteen छोटा जिहा word है, many की जगह पे सिर्फ यूज कर लिया umpteen। However, others believe that watching television has a bunches, बहुत सारे umpteen, bunches, numerous, uncountable। We should use the vocabulary words that are not commonly used by the other students। So जितना ज़्यादा different लिखांगे उतना ज़्यादा impact होगा, उतने ज़्यादा bands आएंगे। So पहली चीज़ ऐसी create करनी है common situation। उस तो बाद ऐसी दूसरा point
दूसरी ਜਿਹੜੀ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਸਟੇਟਮੈਂਟ ਨੂੰ ਫੋਲੋ ਕਰਨਾ ਸਟੇਟਮੈਂਟ ਨੂੰ ਫੋਲੋ ਕਰਨਾ ਫੋਲੋ ਦਾ ਸਟੇਟਮੈਂਟ ਰਾਈਟ ਸਟੇਟਮੈਂਟ ਬਾਈ ਚੇਂਜਿੰਗ ਵਰਡਸ ਅਸੀਂ ਵਰਡਸ ਨੂੰ ਚੇਂਜ ਕਰਨਾ ਪਹਿਲਾ ਕਾਮਨ ਸਿਚੁਏਸ਼ਨ ਦੱਸੀ ਹੈ ਉਸ ਤੋਂ ਬਾਅਦ ਅਸੀਂ ਸਟੇਟਮੈਂਟ ਨੂੰ ਚੇਂਜ ਕਰਨਾ ਲਾਈਕ ਰੀਫਰੇਸ ਕਰਨਾ ਪੈਰਾਫਰੇਸ ਕਰਕੇ ਜਿਹਨੂੰ ਅਸੀਂ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਲਿਖਣਾ ਥੀਸਿਸ ਦੇ ਵਿੱਚ ਅਸੀਂ ਇੱਕ ਐਗਜ਼ਾਮੀਨਰ ਨੂੰ ਕਲੀਅਰ ਕਰਦੇ ਹਾਂ ਕਿ ਮੈਂ ਅਪਕਮਿੰਗ ਪੈਰਾਗ੍ਰਾਫ ਦੇ ਵਿੱਚ ਕੀ ਲਿਖਣ ਜਾ ਰਿਹਾ ਹਾਂ ਅਪਕਮਿੰਗ ਪੈਰਾਗ੍ਰਾਫ ਦੇ ਵਿੱਚ ਮੈਂ ਕੀ ਲਿਖੂੰਗਾ ਪਹਿਲੇ ਪੈਰੇ 'ਚ ਕੀ ਲਿਖੂੰਗਾ ਦੂਸਰੇ ਪੈਰੇ 'ਚ ਕੀ ਲਿਖੂੰਗਾ ਪਹਿਲੇ 'ਚ ਮੈਂ ਕਾਮਨ ਸਿਚੁਏਸ਼ਨ ਕ੍ਰੀਏਟ ਕਰ ਲਈ ਦੂਸਰੇ 'ਚ ਮੈਂ ਸਟੇਟਮੈਂਟ ਨੂੰ ਫੋਲੋ ਕਰ ਲਿਆ ਤੀਸਰੇ ਦੇ ਵਿੱਚ ਮੈਂ ਦੱਸਦਾ I will elaborate both merits and demerits in the forthcoming paragraph. I will discuss, I will conquer the advantages and disadvantages in the subsequent paragraph, in the following paragraph. फिर साडी जेडी introduction है वो complete होंदी है तो बेसिक चीज पहला इंट्रोडक्शन को कंप्लीट करने के लिए ਸਾਨੂੰ ਤਿੰਨ ਚੀਜ਼ਾਂ ਲਿਖਣੀਆਂ ਪੈਣੀਆਂ ਪਹਿਲੀ ਕਾਮਨ ਸਿਚੁਏਸ਼ਨ ਕ੍ਰੀਏਟ ਕਰਨੀ ਦੂਸਰੀ ਸਟੇਟਮੈਂਟ ਨੂੰ ਚੇਂਜ ਕਰਕੇ ਆਪਣੇ ਵਰਡਸ ਦੇ ਵਿੱਚ ਲਿਖਣਾ ਤੀਸਰਾ ਥੀਸਿਸ ਕਿ ਤੁਸੀਂ ਨੀਚੇ ਕੀ ਲਿਖਣ ਜਾ ਰਹੇ ਹੋ ਬੱਚੇ ਕੀ ਕਰਦੇ ਆ ਇੰਟਰੋਡਕਸ਼ਨ ਲਿਖੀ ਹੁੰਦੀ ਆ ਕਨਕਲੂਜਨ ਦੀ ਪਹਿਲੀ ਲਾਈਨ ਦੇ ਵਿੱਚ ਲਿਖ ਦਿੱਤਾ ਜਾਂਦਾ ਕਿ ਮੈਂ ਇਸ ਸਟੇਟਮੈਂਟ ਦੇ ਨਾਲ ਐਗਰੀ ਕਰਦਾ ਇਹਦੀ ਕੋਈ ਸੈਂਸ ਨਹੀਂ ਬਣਦੀ ਉੱਪਰ ਦਾ ਸਾਰਾ ਕੁਝ ਲਿਖ ਕੇ ਆ ਗਿਆ ਲਾਸਟ ਦੇ ਵਿੱਚ ਲਿਖਦਾ ਪਿਆ ਮੈਂ ਐਗਰੀ ਕਰਦਾ ਜਾਂ ਮੈਂ ਡਿਸਐਗਰੀ ਕਰਦਾ ਇਹ ਚੀਜ਼ ਅਸੀਂ ਸਾਰੇ ਨਾਲੋਂ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਲਿਖਣੀ ਹੈ ਉਸ ਤੋਂ ਬਾਅਦ ਆ ਜਾਂਦਾ ਬੋਡੀ ਪੈਰਾਗ੍ਰਾਫ ਜਿਹਦੇ ਵਿੱਚ ਅਸੀਂ ਪੁਆਇੰਟਸ ਆਪਣੇ ਲਿਖਣੇ ਹੁੰਦੇ ਆ ਅਗਰ ਤੁਸੀਂ 7 ਬੈਂਡਸ ਲੈਣਾ ਚਾਹੁੰਦੇ ਆ ਜਾਂ 7 ਪਲੱਸ ਬੈਂਡਸ ਲੈਣਾ ਚਾਹੁੰਦੇ ਆ ਤੁਹਾਡੇ ਕੋਲ ਪੁਆਇੰਟਸ ਨਹੀਂ ਹੈਗੇ ਆ ਬਟ ਅਗਰ ਤੁਸੀਂ ਆ ਮੇਰੇ ਟਿਪ ਨੂੰ ਯਾਦ ਕਰ ਲੈਣੇ ਆ ਮੇਰੇ ਮੈਥਡ ਨੂੰ ਯਾਦ ਕਰ ਲੈਣੇ ਆ ਤਾਂ ਤੁਹਾਡੇ ਬੜੇ ਆਰਾਮ ਦੇ ਨਾਲ 7 ਬੈਂਡਸ ਵੀ ਆ ਜਾਣਗੇ ਤੇ ਦੂਸਰਾ ਤੁਹਾਡਾ ਐਸੇ ਦਾ ਵਰਡਸ ਲਿਮਿਟ ਜਿਹੜਾ ਵਰਡ ਕਾਊਂਟ ਆ ਉਹ ਵੀ ਕੀ ਆ ਵੱਧ ਜਾਊਗਾ ਸਭ ਤੋਂ ਪਹਿਲਾਂ ਸਾਨੂੰ ਇਹੀ ਸਮਝਾਇਆ ਜਾਂਦਾ ਕਿ ਅਸੀਂ 250 ਵਰਡਸ ਲਿਖਣੇ ਆ ਤੇ 270 ਤੋਂ ਜ਼ਿਆਦਾ ਨਹੀਂ ਲਿਖਣੇ ਆ ਬਟ ਇਹਦੇ 'ਚ ਕੋਈ ਵੀ ਇਦਾਂ ਦੀ ਟਾਈਮ ਲਿਮਿਟ ਤਾਂ ਹੈ ਬਟ ਇਦਾਂ ਦੀ ਵਰਡ ਲਿਮਿਟ ਨਹੀਂ ਹੈ कि मैं 250 ही लिखने हैं 270 ही लिखने हैं मैं 300 350 इवन 400 500 वर्ड्स भी लिख सकता बट इतना ज्यादा भी नहीं लिखना कि मेरी उन्नियां ज्यादा गलतियां निकलन मैं उन्ना भी ऐसे लिखना जितना मेरी मिस्टेक्स ना निकलन ज्यादा तो ज्यादा ते कुछ रिपीट भी ना होवे तो अप्रोक्सीमेटली you should write 300 and 350 words between 300 to 350 words ਬੋਡੀ ਪੈਰਾਗ੍ਰਾਫ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਚਾਰ ਚੀਜ਼ਾਂ ਨੂੰ ਯਾਦ ਕਰਨਾ P E E E ਫਾਰਮੂਲਾ ਇੱਕ ਯਾਦ ਕਰ ਲੈਣਾ P E E E P ਦਾ ਮਤਲਬ ਸਭ ਤੋਂ ਪਹਿਲਾਂ ਤੁਸੀਂ ਕੀ ਲਿਖਣਾ ਪੁਆਇੰਟ ਸਭ ਤੋਂ ਪਹਿਲਾਂ ਕੀ ਲਿਖਣਾ ਪੁਆਇੰਟ ਦੂਸਰੀ ਲਾਈਨ ਦੇ ਵਿੱਚ ਅਸੀਂ ਕੀ ਲਿਖਣਾ ਐਕਸਪਲੇਨੇਸ਼ਨ ਦੂਸਰੇ ਪੁਆਇੰਟ 'ਚ ਕੀ ਲਿਖਣਾ एक्सप्लेनेशन तीसरे पॉइंट च तीसरी लाइन च की लिखना एग्जांपल चौथी चीज दे विच मैं की लिखना ओदा रिजल्ट की निकलिया वाला इफेक्ट की पिया इस फार्मूला ਨੂੰ याद कर लेना बड़े आराम ਦੇ ਨਾਲ ਤੁਹਾਡੇ वर्ड्स भी पूरे होणगे एंड इफेक्टिव वर्ड्स ਦੇ ਵਿੱਚ भी लिखिया जाऊगा ਹੁਣ स्टार्ट कितना करना ऐसे ਨੂੰ स्टार्ट कितना ਕੀਤਾ ਜਾ ਸਕਦਾ मैं अपने स्टूडेंट्स ਨੂੰ ਜਦੋਂ ਟੀਚ ਕਰਦਾ ਮੈਂ ਕੈਟਾਗਰੀਜ਼ ਵਾਈਜ਼ ਟੀਚ ਕਰਦਾ ਕਿ ਅਗਰ ਇਹ ਵਾਲਾ ਐਸੇ ਆਵੇ ਤਾਂ ਅਸੀਂ ਇਦਾਂ ਸਟਾਰਟ ਕਰਨਾ ਫॉर एग्जांपल अगर डिबेटेबल टास्क आवे सम पीपल अदर पीपल वाला फिर ਅਸੀਂ ਸਟਾਰਟ ਕਰਨਾ सम पीपल आर ऑफ द नोशन दैट पहली लाइन द अनदर स्कूल ऑफ थॉट दूसरे पैराग्राफ ਨੂੰ ਸਟਾਰਟ ਕਿੱਦਾਂ ਕਰਨਾ ਹੁਣ ਅਗਰ ਸਾਨੂੰ ਕੁਝ ਵੀ ਨਹੀਂ ਆਉਂਦਾ ਉਹ ਸਟੂਡੈਂਟ ਜਿਹੜੇ ਕਿ ਸਾਨੂੰ ਐਸੇ ਲਿਖਣਾ ਹੀ ਨਹੀਂ ਆਉਂਦਾ ਕੁਝ ਇਦਾਂ ਦਾ ਲਿਖਾ ਦਿੱਤਾ ਜਾਵੇ ਜਿਹਦੇ ਨਾਲ ਮੈਂ ਆਪਣੇ ਵਰਡਸ ਪੂਰੇ ਕਰ ਸਕਾਂ ਜਿਹਦੇ ਨਾਲ ਐਸੇ ਕੰਪਲੀਟ ਕਰ ਸਕਾਂ ਆਪਣੀ ਰਿਕੁਆਇਰਮੈਂਟ ਪੂਰੀ ਕਰ ਸਕਾਂ 6 6.5 7 ਮਿੰਟ ਲੈ ਸਕਾਂ ਪਹਿਲਾਂ ਅਸੀਂ ਸਟਾਰਟ ਕਰਨਾ ਟੂ commence with alternatively to begin with to initiate with
लिखना एक पॉइंट, फिर असी लिखना पॉइंट कि टू कमेंस विद, मैं स्टार्ट किया टू कमेंस विद द बेनिफिट्स ऑफ वाचिंग टेलीविजन फर्स्ट एंड फॉरमोस्ट इज दैट हुन टेलीविजन दा फायदे की है, इट इज द बिगेस्ट सोर्स ऑफ एंटरटेनमेंट that majority of the people use to entertain their self and to spend leisure time. हुन पॉइंट में लिख देता, उस तो बाद में लिखना explanation in other words, in other words की लिख सकता हूँ जगह पे मैं in other words, in other words people watch movies, people watch TV programs, people watch reality shows which works as a stress buster for them as it is a source of entertainment. छोटी सी एग्जांपल दे रहे हैं, ऐसे के अकॉर्डिंग ਅਸੀਂ पॉइंट एंड इलैबोरेट कर सकते हैं, एक्सप्लेनेशन दे सकते हैं। उस तो बाद ਅਸੀਂ लिखना एग्जांपल, एग्जांपल ਨੂੰ कितना स्टार्ट करना टू साइट एन एग्जांपल। ज्यादातर बच्चे यूज करते हैं टू इलस्ट्रेट, फॉर इंस्टेंस ਅਸੀਂ लिख सकते हैं टू साइट एन एग्जांपल। उस तो बाद ਅਸੀਂ लिखना ਉਹਦਾ ਰਿਜ਼ਲਟ ਕੀ ਆਊਗਾ। फॉर एग्जांपल ਅਸੀਂ ਇੱਥੇ ਲਿਖਿਆ does या hence, so that is why watching television is good for the student। एग्जांपल बच्चे कहते कि एग्जांपल नहीं पता लगदी ਕਿਹੜੀ ਲਿਖੀ ਹੈ। ਕਾਫੀ ਸਾਰਿਆਂ ਨੇ ਕਿਹਾ ਹੁੰਦਾ ਵੀਡੀਓਜ਼ ਦੇ ਵਿੱਚ ਜਾਂ ਕਾਫੀ ਸਾਰੇ ਟ੍ਰੇਨਰਸ ਬੱਚਿਆਂ ਨੂੰ ਕਹਿ ਦਿੰਦੇ ਕਿ ਯੂਨੀਵਰਸਲ ਫੇਮਸ ਐਗਜ਼ਾਮਪਲ ਲਿਖਣੀ ਹੈ ਜਿਹੜੀ ਵਰਲਡ ਵਾਈਡ ਫੇਮਸ ਹੋਵੇ। ਵਰਲਡ ਵਾਈਡ ਫੇਮਸ ਫॉर एग्जांपल ए बच्चे ने भी लिखी होगी, वर्ल्ड वाइड फेमस एग्जांपल बी बच्चे ने भी लिखी होगी, सी बच्चे ने भी लिखी होगी। बट ऐसे जो स्टार्ट करना स्टेटमेंट के नीचे उन्होंने ਤੁਹਾਨੂੰ क्वेश्चन पेपर ਦੇ ਉੱਤੇ ਲਿਖਿਆ ਹੁੰਦਾ राइट योर व्यूज, राइट योर essay according to your own in your own words and personal experience। ਤੁਸੀਂ ਆਪਣੇ words ਲਿਖਣੇ ਆ, ਤੁਸੀਂ personal example ਵੀ ਲਿਖ ਸਕਦੇ ਹੋ। सो पर्सनल एग्जांपल भी लिख सकते हैं। एग्जांपल ਅਸੀਂ ਕੁਝ ਵੀ ਬਣਾ ਸਕਦੇ ਹਾਂ। ਕੋਈ ਐਸੇ ਆਇਆ ਫॉर एग्जांपल ਅਸੀਂ ਟੈਲੀਵਿਜ਼ਨ ਦੀ ਗੱਲ ਕਰਦੇ ਹਾਂ, ਟੀਵੀ ਦੇ ਫਾਇਦੇ ਹੁੰਦੇ ਜਾਂ ਨੁਕਸਾਨ ਹੁੰਦੇ ਆ। ਅਸੀਂ ਨੁਕਸਾਨ ਦੀ ਇੱਕ ਐਗਜ਼ਾਮਪਲ ਲਿਖ ਰਹੇ ਹਾਂ। ਨੁਕਸਾਨ ਦੀ ਮੈਂ ਐਗਜ਼ਾਮਪਲ ਕੀ ਲਿਖ ਰਿਹਾ, ਨੁਕਸਾਨ ਦੀ ਮੈਂ ਐਗਜ਼ਾਮਪਲ ਲਿਖ ਰਿਹਾ ਕਿ ਟੂ ਸਾਈਟ ਐਨ ਐਗਜ਼ਾਮਪਲ one of the child in my society, one of a child in my society suffering from the weak eyesight, and it is due to watching more and more television in his free time। so एक ਅਸੀਂ एग्जांपल लिखनी है। सिमिलरली ਅਸੀਂ ਜਦੋਂ ਦੂਸਰਾ ਪੈਰਾ ਸਟਾਰਟ ਕਰਨਾ, ਦੂਸਰਾ ਪੈਰਾ ਸਟਾਰਟ ਕਰਨ ਦੇ ਲਈ ਵੀ ਅਸੀਂ ਇਹਨੂੰ ਪਹਿਲਾਂ ਅਸੀਂ ਕੀ ਯੂਜ਼ ਕਰਨਾ, ਕਨੈਕਟਰ ਸਟਾਰਟਰ ਯੂਜ਼ ਕਰਨਾ ਲਾਈਕ moreover ਹੋਰ ਮੈਂ ਕੀ ਲਿਖਣ ਜਾ ਰਿਹਾ, फर्दर इलैबोरेटिंग, अगर सेम पॉइंट को कंटिन्यू कर रहे हैं, अगर मैं कंपैरिजन कर रहे हैं however nevertheless depending upon your essay, फिर उसके बाद फिर ऐसी एक्सप्लेनेशन करनी है। इन अदर वर्ड्स की जगह ऐसी होर वर्ड लगा देना, एग्जांपल लिखनी है, इफेक्ट लिखना होगा does या hence। अगर does पहले पैराग्राफ लगा लिया, hence ਅਸੀਂ दूसरे पैराग्राफ से लिख सकते हैं। सो पॉइंट्स ਅਸੀਂ किया मैक्सिमम या मिनिमम ਦੇ ਚੱਕਰ ਦੇ ਵਿੱਚ ਨਹੀਂ ਪੈਣਾ। ਅਸੀਂ ਪੁਆਇੰਟਸ ਜਿਹੜੇ ਆ ਰੈਲੇਵੈਂਟ ਲਿਖਣੇ ਆ, ਮਿਨੀਮਮ 2 ਪੁਆਇੰਟਸ ਲੈ ਕੇ ਅਸੀਂ ਅਗਰ ਪੁਆਇੰਟ ਐਕਸਪਲੇਨੇਸ਼ਨ ਐਗਜ਼ਾਮਪਲ ਇਫੈਕਟ ਲਿਖਾਂਗੇ, ਐਵੀਡੈਂਸ ਲਿਖਾਂਗੇ ਤਾਂ ਸਾਡੇ ਜਿਹੜੇ ਵਰਡ ਕਾਊਂਟ ਆ ਉਹ ਕੀ ਆ ਪੂਰੇ ਹੋ ਜਾਊਗੇ। ਸਿਮਿਲਰਲੀ ਸੈਕੰਡ ਬੋਡੀ ਪੈਰਾਗ੍ਰਾਫ ਵੀ ਮੈਂ ਦੱਸਿਆ ਇਸੇ ਤਰ੍ਹਾਂ ਹੀ ਲਿਖਣਾ। ਉਸ ਤੋਂ ਬਾਅਦ ਆ ਜਾਂਦਾ ਕਨਕਲੂਜਨ। ਬੱਚਿਆਂ ਨੂੰ ਕਨਕਲੂਜਨ ਨਹੀਂ ਲਿਖਣਾ ਹੁੰਦਾ ਕਿ ਕਨਕਲੂਜਨ ਦੇ ਵਿੱਚ ਕੀ ਲਿਖਿਆ ਜਾਵੇ। ਹੁਣ ਅਸੀਂ ਕਨਕਲੂਜਨ ਲਿਖਾਂਗੇ ਕਿ ਕਨਕਲੂਜਨ ਦੇ ਵਿੱਚ ਕੀ ਲਿਖਿਆ ਜਾਵੇ। ਜ਼ਿਆਦਾਤਰ ਬੱਚਿਆਂ ਨੂੰ ਇਹੀ ਸਮਝਾਇਆ ਜਾਂਦਾ ਹੈ, ਜ਼ਿਆਦਾਤਰ ਬੱਚੇ ਕੀ ਕਰਦੇ ਆ, ਕਨਕਲੂਜਨ ਸਟਾਰਟ ਕਰਕੇ ਇੱਕ ਪੈਰਾਗ੍ਰਾਫ ਬੋਡੀ ਪੈਰਾਗ੍ਰਾਫ 1 ਦੀ ਇੱਕ ਅੱਧੀ ਲਾਈਨ ਲਿਖ ਦਿੰਦੇ ਆ ਜਾਂ ਬੋਡੀ ਪੈਰਾਗ੍ਰਾਫ 2 ਦੀ ਲਾਈਨ ਲਿਖ ਕੇ ਐਸੇ ਨੂੰ ਕੀ ਆ ਖਤਮ ਕਰ ਦਿੰਦੇ ਆ। ਬਟ ਕਨਕਲੂਜਨ ਦੇ ਵਿੱਚ ਅਸੀਂ ਉੱਪਰੋਂ ਕੁਝ ਵੀ ਕਾਪੀ ਪੇਸਟ ਨਹੀਂ ਕਰਨਾ, क्योंकि words that you are repeating in your essay is uncountable। ਇਹ ਉਹ word ਜਿਹੜੇ ਆ ਤੁਸੀਂ ਉੱਤੋਂ ਕਾਪੀ ਪੇਸਟ ਕੀਤੇ ਆ
ਉਹ ਗਿਣੇ ਨਹੀਂ ਜਾਣੇ ਆ 250 ਵਰਡਸ ਦੇ ਵਿੱਚ। ਅਸੀਂ ਕਨਕਲੂਜਨ ਸਟਾਰਟ ਕਰਨਾ। ਕਨਕਲੂਜਨ ਸਟਾਰਟ ਕਰਨ ਦਾ ਕਾਫੀ ਵਧੀਆ ਤਰੀਕਾ ਆ। ਅਗਰ ਮੈਂ ਇਹ ਸਟੇਟਮੈਂਟ ਕਰਦਾ ਕਿ ਟੀਵੀ ਦੇ ਫਾਇਦੇ ਹੁੰਦੇ ਆ, ਟੀਵੀ ਦੇ ਨੁਕਸਾਨ ਹੁੰਦੇ ਆ, ਕੀ ਕਰਨਾ ਉਹਦਾ ਕਨਕਲੂਜਨ ਕੀ ਨਿਕਲੂਗਾ? ਜੇ ਮੈਂ ਉੱਪਰੋਂ ਹੀ ਪਹਿਲੇ ਚ 2 ਫਾਇਦੇ ਲਿਖ ਦੂੰਗਾ, 2 ਨੁਕਸਾਨ ਲਿਖ ਦੂੰਗਾ ਤਾਂ ਕਨਕਲੂਜਨ ਨਹੀਂ ਬਣਦਾ। ਕਨਕਲੂਜਨ ਕਿੱਦਾਂ ਸਟਾਰਟ ਕਰਨਾ? ਬੱਚੇ ਜ਼ਿਆਦਾਤਰ ਸਟਾਰਟ ਕਰਦੇ ਆ ਇਨ ਕਨਕਲੂਜਨ ਟੂ ਸਮ ਅਪ। ਅਸੀਂ ਇਦਾਂ ਨਹੀਂ ਇਹਨੂੰ ਸਟਾਰਟ ਕਰਨਾ। we should write in a different ways। ਅਗਰ ਸਾਡੀ ਡ੍ਰੀਮ ਏਮ ਜਿਹੜਾ ਸਾਡਾ ਹੈਗਾ ਵਾ, ਜਿਹੜਾ ਸਾਡਾ ਸੁਪਨਾ ਹੈਗਾ ਕਿ 7 ਪੁਆਇੰਟ ਲੈਣੇ ਆ ਜਾਂ 8 ਪੁਆਇੰਟ ਲੈਣੇ ਆ, ਤਾਂ ਉਹਦੇ ਲਈ ਥੋੜੀ ਮਿਹਨਤ ਵੀ ਜ਼ਿਆਦਾ ਕਰਨੀ ਪਊਗੀ, ਥੋੜੇ ਵਰਡਸ ਵੀ, ਥੋੜੀ ਇੰਗਲਿਸ਼ ਨੂੰ ਇੰਪਰੂਵ ਵੀ ਕਰਨਾ ਪਊਗਾ। ਇਹਨੇ ਕਨਕਲੂਜਨ ਦੀ ਜਗ੍ਹਾ ਤੇ ਅਸੀਂ ਲਿਖ ਸਕਦੇ ਹਾਂ ਔਨ ਦੀ ਅਬਵ ਕਨਫੈਬੂਲੇਸ਼ਨ ਕਿ ਜੋ ਮੈਂ ਉੱਪਰ ਗੱਲਬਾਤ ਕਰਕੇ ਆ ਉਸ ਬਿਹਾਫ ਦੇ ਉੱਪਰ ਮੈਂ ਕੀ ਕਨਕਲੂਡ ਕਰਨ ਲੱਗਾ। ਛੋਟੀ ਜਿਹੀ ਐਗਜ਼ਾਮਪਲ ਦੇਣਾ ਕਿ ਕਨੈਕਟੀਵਿਟੀ ਕਿੱਦਾਂ ਕਰਨੀ ਆ। ਅਸੀਂ ਇੰਟਰੋਡਕਸ਼ਨ ਦੇ ਵਿੱਚ ਲਿਖੀ ਲਾਸਟ ਲਾਈਨ I will shed some light on my views in the upcoming paragraph। इंट्रोडक्शन ਦੇ ਵਿੱਚ ਮੈਂ ਲਿਖਿਆ ਕਿ ਮੈਂ ਕੁਝ ਚਾਨਣਾ ਪਾਉਂਗਾ ਨੀਚੇ ਵਾਲੇ ਪੈਰਾਗ੍ਰਾਫ ਦੇ ਵਿੱਚ ਆਪਣੇ ਵਿਊਜ਼ ਦੇ ਉੱਪਰ। ਕਨਕਲੂਜਨ ਦੇ ਵਿੱਚ ਲਿਖ ਦਿੱਤਾ ਇਨ ਦੀ light of aforementioned facts। in the light of aforementioned facts ਇਹਦਾ ਮਤਲਬ ਕਿ ਉਹੀ ਚਾਨਣੇ ਦੇ ਵਿੱਚ ਜੋ ਮੈਂ ਉੱਤੇ ਪਹਿਲੇ ਲਾਈਟ ਪਾ ਕੇ ਆਇਆ I believe that। ਇੱਥੇ ਅਸੀਂ ਇੱਕ ਫਰੇਜ਼, ਇੱਥੇ ਅਸੀਂ ਇੱਕ ਇਡੀਅਮ ਨੂੰ ਯੂਜ਼ ਕਰ ਸਕਦੇ ਹਾਂ in the light of aforementioned fact ਜਾਂ on the above confabulation I infer that। believe ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ I infer that watching TV is like a coin with 2 sides। idiom ਲਗਾ ਦਿੱਤਾ coin with 2 sides। watching TV is like a rose which comes with thorns। ਕਿ ਟੀਵੀ ਦੇਖਣਾ ਇੱਕ ਗੁਲਾਬ ਦੇ ਫੁੱਲ ਦੀ ਤਰ੍ਹਾਂ ਜਿਹਦੇ ਨਾਲ ਕਿੰਨੇ ਸਾਰੇ ਕੰਡੇ ਵੀ ਹੁੰਦੇ ਆ। ਟੀਵੀ ਦੇਖਣਾ ਇੱਕ ਸਿੱਕੇ ਦੀ ਤਰ੍ਹਾਂ ਜਿਹਦੇ 2 ਪਹਿਲੂ ਹੁੰਦੇ ਆ, ਜਿਹਦੇ ਫਾਇਦੇ ਵੀ ਹੁੰਦੇ ਆ, ਜਿਹਦੇ ਨੁਕਸਾਨ ਵੀ ਹੁੰਦੇ ਆ। ਜੇ ਟੀਵੀ ਦੇ ਫਾਇਦੇ ਆ ਤਾਂ ਨੁਕਸਾਨ ਵੀ ਆ। ਇਨ ਦੀ ਲਾਈਟ ਆਫ ਅਫੋਰਮੈਂਸ਼ਨਡ ਫੈਕਟਸ I infer that watching TV is like a coin with 2 sides, but one should use the TV in limits। it is a responsibility of the parents that either their children are watching in excessive or in a limits। so ਅਸੀਂ ਕਨਕਲੂਜਨ ਦੇ ਵਿੱਚੋਂ ਪਹਿਲੀ ਲਾਈਨ ਜਾਂ ਦੂਜੀ ਲਾਈਨ ਬੋਡੀ ਪੈਰਾਗ੍ਰਾਫ ਦੀ ਨਹੀਂ ਲਿਖਣੀਆਂ, ਅਸੀਂ 2 ਤੋਂ 3 ਲਾਈਨਸ ਉਹਨੂੰ ਸਮ ਅਪ ਕਰਨ ਦੇ ਲਈ ਲਿਖਣੀਆਂ ਕਿ we can neither support nor go against either of the side। ਨਾ ਤਾਂ ਮੈਂ ਕਹਿੰਦਾ ਇਸ ਫੇਵਰ ਦੇ ਵਿੱਚ ਆ ਕਿ ਟੀਵੀ ਦੇ ਫਾਇਦੇ ਹੀ ਫਾਇਦੇ ਆ, nor go against either of the side, ਨਾ ਤਾਂ ਮੈਂ ਉਹਦੇ opposite ਜਾਣਾ ਪਿਆ ਕਿਸੇ ਵੀ ਸਾਈਡ ਤੇ ਟੀਵੀ ਦਾ ਨੁਕਸਾਨ ਵੀ ਆ ਗਿਆ। but one should watch in limits that could be fruitful for the whole society and the individual। so that is all about the writing task 2। ਅਗਰ ਅਸੀਂ ਇਹਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲਿਖਣਾ ਚਾਹੁੰਦੇ ਹਾਂ, ਜਿੱਦਾਂ ਮੈਂ ਇੱਕ ਫਾਰਮੂਲਾ ਲਗਾਇਆ PEEE, ਇੱਕ ਫਾਰਮੂਲਾ ਹੈਗਾ। ਅਗਰ ਅਸੀਂ ਰਾਈਟਿੰਗ ਨੂੰ ਜ਼ਿਆਦਾ ਐਡਵਾਂਸ ਵਧੀਆ ਤਰੀਕੇ ਨਾਲ ਲਿਖਣਾ ਚਾਹੁੰਦੇ ਹਾਂ ਤਾਂ ਇੱਕ ਫਾਰਮੂਲਾ ਤੁਸੀਂ ਹੋਰ ਯਾਦ ਕਰ ਲੈਣਾ ਜਿਹੜਾ ਸਾਡੀ ਰਾਈਟਿੰਗ ਨੂੰ ਇੰਪਰੂਵ ਕਰੂਗਾ। ਅਗਰ ਮੈਂ ਆਪਣੇ ਬੱਚਿਆਂ ਨੂੰ ਜਿਹਨਾਂ ਨੇ ਨਾਨ ਮੈਡੀਕਲ ਕੀਤਾ ਜਾਂ ਜਿਹੜੇ ਆਰਟਸ ਤੋਂ ਨਿਕਲ ਕੇ ਆਏ ਆ ਜਾਂ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਇੰਨਾ ਕੁਝ ਨਹੀਂ ਸਿੱਖਿਆ, ਉਹਨਾਂ ਨੂੰ ਕਹਾਂ ਤੁਸੀਂ ਕੰਜੰਕਸ਼ਨਸ ਯੂਜ਼ ਕਰਨੀਆਂ। ਹੁਣ ਸਬੋਰਡੀਨੇਟਿਵ ਕੰਜੰਕਸ਼ਨ ਕਿਹੜੀ ਹੁੰਦੀ ਆ, ਕੋਆਰਡੀਨੇਟਿਵ ਕੰਜੰਕਸ਼ਨ ਕਿਹੜੀ ਹੁੰਦੀ ਆ, ਤਾਂ ਇੰਨਾ ਡੀਪ ਦੇ ਵਿੱਚ ਅਗਰ ਅਸੀਂ ਸਮਝਾਈਏ ਤਾਂ ਬੱਚਿਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ। ਸੋ ਇੱਕ ਫਾਰਮੂਲਾ ਇੱਕ ਹੋਰ ਆਪਾਂ ਬਣਾਇਆ ਜਿਹੜਾ ਬੱਚੇ ਨੂੰ ਹੈਲਪ ਕਰਦਾ ਜ਼ਿਆਦਾ ਵਧੀਆ ਤਰੀਕੇ ਨਾਲ
ਰਾਈਟਿੰਗ ਟਾਸਕ ਨੂੰ ਐਕਸਪਲੇਨ ਕਰਨ ਲਈ that is FABY in India। ਇਹ ਅਸੀਂ ਬਣਾ ਲਿੱਤਾ ਫੈਬੀ ਇਨ ਇੰਡੀਆ। ਫੈਬੀ ਦਾ ਮਤਲਬ F ਦਾ ਮਤਲਬ for, A ਦਾ ਮਤਲਬ although, B ਦਾ ਮਤਲਬ because, Y ਦਾ ਮਤਲਬ yet। if, neither nor, despite। एग्जाम्पल अगर ਅਸੀਂ ਇੱਕ ਪ੍ਰੋਬਲਮ ਐਸੇ ਲਿਖ ਰਹੇ ਹਾਂ ਕਿ ਇਹੀ ਵਾਲੇ ਐਸੇ ਨੂੰ ਅਗਰ ਮੈਂ ਪੁਆਇੰਟ ਲਿਖਾਂ ਕਿ ਟੀਵੀ ਦੇ ਫਾਇਦੇ ਜਾਂ ਨੁਕਸਾਨ ਹੁੰਦੇ ਆ, ਕਿੱਦਾਂ ਲਿਖ ਸਕਦੇ ਹਾਂ? ਇਨ ਮਾਈ ਨੋਸ਼ਨ, although watching television has a number of benefits, umpteen of benefits, numerous benefits, yet there are some negative point also। ਉੱਥੇ ਹੀ ਉਹਦੇ negative points ਵੀ ਹੈਗੇ। although there are number of reason of this problem, yet some sensible solutions are also available to overcome the situation। ਇਹਨੂੰ ਕਹਿੰਦੇ ਆ ਅਸੀਂ ਕਨੈਕਟੀਵਿਟੀ ਕਰਦੇ ਪਏ ਆ ਜਿਹਦੇ ਚ ਅਸੀਂ ਕਨੈਕਟਰਸ ਯੂਜ਼ ਕਰ ਰਹੇ ਆ although yet। ਕਨਕਲੂਜਨ ਦੇ ਵਿੱਚ ਮੈਂ ਯੂਜ਼ ਕੀਤਾ ਸੀ neither nor, I can neither support, I can neither support, ਨਾ ਤਾਂ ਮੈਂ ਕਿਸੇ ਨੂੰ ਸਪੋਰਟ ਕਰ ਰਿਹਾ nor go against, ਨਾ ਤਾਂ ਮੈਂ ਕਿਸੇ ਦੇ ਅਗੇਂਸਟ ਜਾਣਾ ਪਿਆ, ਨਾ ਤਾਂ ਮੈਂ ਕਹਿੰਦਾ ਮੈਂ ਟੀਵੀ ਦੇ ਫਾਇਦੇ ਹੀ ਫਾਇਦੇ ਆ, ਨਾ ਮੈਂ ਕਹਿੰਦਾ ਮੈਂ ਟੀਵੀ ਦੇ ਨੁਕਸਾਨ ਹੀ ਨੁਕਸਾਨ ਹੈ। ਇਹਦੇ ਨਾਲ ਜਿਹੜੀ ਇੰਗਲਿਸ਼ ਐਫੀਸ਼ੀਐਂਸੀ ਹੈ ਜਾਂ ਰਾਈਟਿੰਗ ਪੈਟਰਨ ਹੈ ਉਹ ਹੋਰ ਨਿਖਰ ਕੇ ਬਾਹਰ ਆਊਗਾ, ਜਿਹਦੇ ਨਾਲ ਜ਼ਿਆਦਾ ਇੰਪੈਕਟ ਪਊਗਾ ਇੱਕ ਐਗਜ਼ਾਮੀਨਰ ਦੇ ਉੱਪਰ, ਜਿਹਦੇ ਨਾਲ ਜ਼ਿਆਦਾ ਵਧੀਆ ਬੈਂਡਸ ਅਸੀਂ ਲੈ ਸਕਦੇ ਹਾਂ, ਜਿਹਦੇ ਨਾਲ ਐਸੇ ਦੀ ਪ੍ਰੈਜੈਂਟੇਸ਼ਨ ਅਸੀਂ ਜ਼ਿਆਦਾ ਵਧੀਆ ਕਰ ਸਕਦੇ ਹਾਂ। ਸੋ ਆਹ ਸੀਗਾ ਰਾਈਟਿੰਗ ਟਾਸਕ 2, ਕਿੱਦਾਂ ਅਰੇਂਜ ਕਰਨਾ, ਕਿੱਦਾਂ ਅਸੀਂ ਬੋਡੀ ਪੈਰਾਗ੍ਰਾਫ ਲਿਖਣਾ, ਇੰਟਰੋਡਕਸ਼ਨ ਕਿੱਦਾਂ ਲਿਖਣੀ, ਕਨੈਕਟਰਸ ਕਿੱਦਾਂ ਅਸੀਂ ਯੂਜ਼ ਕਰਦੇ ਹਾਂ, ਅਸੀਂ ਕਨੈਕਟਰਸ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ, ਲਾਈਕ ਜਾਂ ਅਸੀਂ ਕਿਹੜੇ ਕਿਹੜੇ ਕਨੈਕਟਰ ਯੂਜ਼ ਕਰ ਸਕਦੇ ਹਾਂ ਆਪਣੇ ਐਸੇ ਦੇ ਵਿੱਚ ਪੁਆਇੰਟਸ ਨੂੰ ਐਡ ਕਰਨ ਦੇ ਲਈ। ਅਸੀਂ ਯੂਜ਼ ਕਰ ਸਕਦੇ ਹਾਂ ਫਰਸਟਲੀ, ਸੈਕੰਡਲੀ, moreover, furthermore, in addition to it, to add on it, nextly, lastly, probing ahead, further elaborating. There are a number of words that can help us to connect our point of views। कितने सारे words है ਜਿਹੜੇ ਅਸੀਂ comparison ਦੇ time ਤੇ use ਕਰਦੇ ਹਾਂ, however, whereas, in contrast। ਇਹਦੇ ਵਿੱਚ ਅਸੀਂ ਹੋਰ ਅਗਰ use ਕਰਨਾ besides, what is more। ਬਹੁਤ ਸਾਰੇ words ਆ ਜਿਹੜੇ ਅਸੀਂ use ਕਰਕੇ ਅਸੀਂ ਆਪਣੇ ਐਸੇ ਦੀ ਲੈਂਥ ਨੂੰ ਵਧਾ ਸਕਦੇ ਹਾਂ। ਸੋ ਹੋਰ ਸਿੱਖਣ ਦੇ ਲਈ ਰਾਈਟਿੰਗ ਟਾਸਕ 2 ਔਰ ਰਾਈਟਿੰਗ ਟਾਸਕ 1, ਲਿਸਨਿੰਗ, ਰੀਡਿੰਗ ਟਿਪਸ ਸਿੱਖਣ ਦੇ ਲਈ ਕਿੱਦਾਂ ਤੁਸੀਂ ਜ਼ਿਆਦਾ ਬੈਂਡਸ ਲੈ ਸਕਦੇ ਆ, ਸਟੇ ਕਨੈਕਟਡ ਵਿਦ ਦਾ ਹਬ ਆਫ ਇੰਗਲਿਸ਼ ਐਂਡ ਸਬਸਕ੍ਰਾਈਬ ਆਵਰ ਚੈਨਲ। ਥੈਂਕ ਯੂ।